ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚੇਹਾ ਸ਼ੁੱਧ ਕੇ ਚੂੰ ਬਚ ਗਾਹਾਂ ਕੁਛ ਤੇ ਚਾਰ ਏ ਬਾਕੀ ਬੇਮਾਦਸਤ ਪੇਚੀ ਦੇ ਮਾਰ। ਚੇ ਮਰਦੀ ਕੇ ਅਖਗਰ ਖਾਮੋਸ਼ਾ ਕੂਨੀ ਕੇ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਫੁਰਮਾਨ ਸਰਵਣ ਕਰਵਾਇਆ ਹੈ। ਇਸ ਅਗੰਮੀ ਫੁਰਮਾਨ ਦੀ ਵਿਆਖਿਆ ਨਾਲ ਆਓ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੱਡ ਭਾਗੀ ਉਨ ਮਾਨਿਓ ਰਿਦ ਸ਼ਬਦ ਬਸਾਇਓ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਵਡਿਆਈ ਨੂੰ ਦਰਸਾਉਂਦਿਆਂ ਅਕਾਲ ਪੁਰਖ ਦੇ ਦੋ ਸਰੂਪ ਪ੍ਰਗਟ ਕਰਦਿਆਂ ਨਿਰਗੁਣ ਅਤੇ ਸਰਗੁਣ ਜੋ ਤੁਲ ਨੇ। ਪੱਟ ਸਾਹਿਬਾਨ ਕਲ ਸਹਾਰ ਜੀ ਇਹ ਫੁਰਮਾਨ ਪ੍ਰਗਟ ਕਰਦੇ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1407 ਅੰਗ ਉੱਪਰ ਦਰਜ ਹੈ। ਇੱਥੇ ਗੁਰਾਂ ਦੀ ਵਡਿਆਈ ਕਰਦੇ ਹੋਏ ਉਹ ਮਹਾਤਮਾ ਦਰਸਾਉਂਦੇ ਨੇ ਉਹਨਾਂ ਦੇ ਬੜੇ ਵੱਡੇ ਭਾਗ ਨੇ, ਉਹ ਬੜੇ ਖੁਸ਼ ਨਸੀਬ ਨੇ ਜਿਨ੍ਹਾਂ ਨੇ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਨਮਾਨਿਆਂ ਤੋਂ ਭਾਵ ਹੈ ਤੋਲਿਆ ਹੈ। ਤਸੱਲੀ ਦੇ ਸਹਿਤ ਅਕਾਲ ਪੁਰਖ ਦਾ ਸਰੂਪ ਨਿਸ਼ਚੈ ਕੀਤਾ ਹੈ ਔਰ ਗੁਰੂ ਅਰਜਨ ਸਾਹਿਬ ਜੀ ਦੀ ਅਗੰਮੀ ਬਾਣੀ ਨੂੰ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ ਕੀਤਾ ਹੈ। ਨਿਜ਼ਾਤ ਜਿਸ ਕਰਕੇ ਉਹਨਾਂ ਨੂੰ ਹਾਸਲ ਹੋਈ ਹੈ। ਅੱਗੇ ਫਰਮਾਨ ਕਰਦੇ ਨੇ ਮਨ ਮਾਣਕੋ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ।
ਮਾਣਕ ਲਾਲ ਰੰਗ ਦੇ ਕੀਮਤੀ ਰਤਨ ਨੂੰ ਕਿਹਾ ਜਾਂਦਾ ਹੈ, ਜੋ ਸ਼ੁੱਧ ਸਰੂਪ ਹੈ। ਸ਼ੁਭ ਗੁਣਾਂ ਨੂੰ ਵੀ ਮਾਣਕ ਕਹਿ ਦਿੱਤਾ ਜਾਂਦਾ ਹੈ, ਸਤ ਸੰਤੋਖ ਦਇਆ ਧਰਮ ਨੂੰ। ਕਹਿੰਦੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਦਾ ਗੁਰਾਂ ਦਾ ਨਾਮ ਦ੍ਰਿੜ ਕੀਤਾ ਹੈ, ਉਹਨਾਂ ਦੇ ਮਨ ਨੂੰ ਸੰਤੋਖ ਮਿਲਿਆ, ਭੱਜ ਦੌੜ ਭੜਕਣਾ ਮੁੱਕ ਗਈ। ਮਨ ਵਿਕਾਰਾਂ ਵਿੱਚ ਤ੍ਰਿਸ਼ਨਾ ਵਿੱਚ ਨਹੀਂ ਦੌੜਦਾ, ਸੰਤੋਖਿਆ ਗਿਆ, ਭਾਵ ਮਨ ਨੂੰ ਟਿਕਾ ਮਿਲ ਗਿਆ। ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਦਾ ਐਸਾ ਅਸਰ ਹੋਇਆ, ਉਹਨਾਂ ਨੂੰ ਸਬਰ ਮਿਲਿਆ, ਵਿਕਾਰਾਂ ਤੋਂ ਰਹਿਤ ਹੋ ਗਏ, ਇਕਾਗਰਤਾ ਬਣ ਗਈ, ਧਿਆਨ ਲੱਗ ਗਿਆ, ਸਹਿਜ ਵਿੱਚ ਸ਼ਾਂਤੀ ਵਿੱਚ ਚਲੇ ਗਏ। ਉਹਦਾ ਫਲ ਅੱਗੇ ਕੀ ਮਿਲਦਾ ਹੈ? ਭੱਟ ਸਾਹਿਬ ਕਹਿੰਦੇ ਨੇ, ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਗ੍ਰਹਿਣ ਕਰਨ ਦੇ ਨਾਲ ਇਹ ਮਹਾਨ ਫਲ ਪ੍ਰਾਪਤ ਹੋਇਆ, ਜੋ ਪਰਮ ਈਸ਼ਵਰ ਅਗੰਮਿਆ ਹੈ, ਮਨ ਦੀ ਪਕੜ ਤੋਂ ਬਾਹਰ ਹੈ, ਬਾਣੀ ਦੇ ਅਵਿਸ਼ੈ ਅਲਫਾਜ਼ਾਂ ਨਾਲ ਉਹਦਾ ਅੰਤ ਨਹੀਂ ਪੈਂਦਾ, ਸੁਰਤੀ ਨਾਲ ਉਹਦਾ ਅੰਤ ਨਹੀਂ ਪੈਂਦਾ। ਆਗੋਚਰ ਇੰਦਰੀਆਂ ਦਾ ਵਿਸ਼ਾ ਨਹੀਂ, ਜੋ ਨਜ਼ਰੀ ਨਹੀਂ ਆਉਂਦਾ। ਪਾਰ ਬ੍ਰਹਮ ਮਾਇਆ ਦੇ ਗੁਣਾਂ ਤੋਂ ਪਰੇ ਹੈ, ਪੁੰਨਾ ਪਾਪਾ ਤੋਂ ਜੋ ਪਾਰ ਹੈ ਵਿਆਪਕ, ਹਰ ਜ਼ਰੇ ਵਿੱਚ ਹੈ। ਐਸਾ ਪਰਮ ਈਸ਼ਵਰ ਜੋ ਅਗੋਚਰ ਸੁਣੀਦਾ ਹੈ, ਸਤਿ ਸਰੂਪ ਸ਼੍ਰੇਸ਼ਟ ਗੁਰੂ ਅਰਜਨ ਸਾਹਿਬ ਨੇ ਅੱਖਾਂ ਦਾ ਵਿਸ਼ਾ ਬਣਾ ਕੇ ਦਰਸਾ ਦਿੱਤਾ। ਨਜ਼ਰੀ ਆਇਆ ਉਹ ਅਕਾਲ ਪੁਰਖ ਗੁਰਾਂ ਪਾਸੋਂ ਉਪਦੇਸ਼ ਲੈ ਕਰਕੇ। ਬਾਣੀ ਚਾਹੁੰਦਾ ਨਾ, ਹਉ ਸਤਿਗੁਰ ਵਿਟਹੁ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ। ਵਾਰੇ ਜਾਈਏ ਗੁਰੂ ਅਰਜਨ ਸਾਹਿਬ ਤੋਂ, ਜਿਨ੍ਹਾਂ ਨੇ ਪਰਮੇਸ਼ਵਰ ਦੇ ਦਰਸ਼ਨ ਕਰਵਾ ਦਿੱਤੇ ਨੇ। ਹੂ ਹੈਜ਼ ਸ਼ੋਨ ਮੀ ਦਾ ਟਰੂ ਲਾਰਡ, ਪ੍ਰਭੂ ਦੇ ਦਿਦਾਰੇ ਕਰਵਾਏ ਮੈਨੂੰ ਜਿਨ੍ਹਾਂ ਨੇ। ਅੱਗੇ ਮਹਾਰਾਜ ਕਹਿੰਦੇ ਨੇ ਭੱਟ ਸਾਹਿਬ, ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ। ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿਰਜਣਹਾਰ ਅਕਾਲ ਪੁਰਖ ਗੁਰੂ ਰਾਮਦਾਸ ਬਣ ਕੇ ਦੁਨੀਆ ਤੇ ਆਏ, ਔਰ ਆਪਣੀ ਜਗ੍ਹਾ ਤੇ ਉਹਨਾਂ ਨੇ ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਿਠਾਉਣਾ ਕੀਤਾ ਹੈ। ਗੁਰੂ ਰਾਮਦਾਸ ਦੇ ਗ੍ਰਹਿ ਵਿਖੇ ਅਨਭਉ ਦਾ ਭਾਵ ਹੁੰਦਾ ਹੈ ਜੋ ਨਿਰਭੈ ਹੈ, ਜੋ ਭੈ ਤੋਂ ਰਹਿਤ ਹੈ, ਕਰਤਾਰ ਅਕਾਲ ਪੁਰਖ। ਉਹ ਗੁਰੂ ਅਰਜਨ ਦੇਵ ਮਹਾਰਾਜ ਬਣ ਕੇ ਪ੍ਰਗਟ ਹੋਏ। ਕਿੱਥੇ ਜੀ? ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ। ਬ੍ਰਹਮ ਸਰੂਪ ਅਕਾਲ ਪੁਰਖ ਦੁਨੀਆ ਦੇ ਉੱਤੇ ਗੁਰੂ ਅਰਜਨ ਬਣ ਕੇ ਵਿਚਰੇ ਨੇ, ਪ੍ਰਕਾਸ਼ਵਾਨ ਹੋਏ ਨੇ, ਸਾਡੇ ਰੋਗ ਸੋਗ ਹਰਨ ਲਈ ਦੁਨੀਆ ਤੇ ਆਏ ਨੇ। ਗੁਰਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾਪ। ਜਿਹੜਾ ਉਹਨਾਂ ਦੇ ਨਾਮ ਦਾ ਜਾਪ ਕਰੇਗਾ ਉਹ ਨਜ਼ਾਤ ਹਾਸਲ ਕਰੇਗਾ। ਐਸੀ ਅਗੰਮੀ ਵਡਿਆਈ ਗੁਰੂ ਅਰਜਨ ਸਾਹਿਬ ਦੀ ਭੱਟ ਸਾਹਿਬਾਨਾਂ ਨੇ ਇਸ ਪਾਵਨ ਬਾਣੀ ਵਿੱਚ ਕੀਤੀ ਹੈ। ਇੱਥੇ ਦਾਸ ਵਿਚਾਰ ਨੂੰ ਸੰਕੋਚ ਕੇ, ਜੋ ਅੱਜ ਪਾਵਨ ਦਿਹਾੜਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹਾਦਤ ਸਰਹੰਦ ਦੇ ਵਿੱਚ ਜੋ ਹੋਈ, ਉਸ ਅਗੰਮੀ ਇਤਿਹਾਸ ਦੇ ਨਾਲ ਆਪਾਂ ਹੁਣ ਸਾਂਝ ਪਾਉਣ ਦਾ ਯਤਨ ਕਰਦੇ ਹਾਂ। 13 ਪੋਹ 1761 ਬਿਕਰਮੀ ਸੰਮਤ 1704 ਈਸਵੀ। ਨਿੱਕੀਆਂ ਜਿੰਦਾਂ
7 ਅਤੇ 9 ਸਾਲ ਦੇ ਇਰਦ ਗਿਰਦ ਜਿਨ੍ਹਾਂ ਦੀ ਉਮਰਾ ਹੈ, ਧਰਮ ਨੂੰ ਪ੍ਰਫੁੱਲਤ ਰੱਖਣ ਲਈ, ਧਰਮ ਦੇ ਬੂਟੇ ਨੂੰ ਖਿੜਿਆ ਰੱਖਣ ਲਈ ਇਹਦੀਆਂ ਜੜ੍ਹਾਂ ਵਿੱਚ ਆਪਣਾ ਲਹੂ ਪਾ ਗਏ, ਸ਼ਹਾਦਤ ਦੀ ਅਵਧੀ ਮਾਣ ਗਏ। ਕਾਰਨ ਕੀ ਬਣਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ? ਧਿਆਨ ਦਿਓ। ਗੁਰੂ ਸਾਹਿਬ ਅਕਾਲ ਪੁਰਖ ਦੇ 10ਵੇਂ ਸਰਗੁਣ ਸਰੂਪ ਨੇ। ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਨਾਨਕ ਦੇਵ ਗੋਵਿੰਦ ਰੂਪ, ਗੁਰੂ ਨਾਨਕ ਨਾਨਕ ਹਰਿ ਸੋਏ, ਦੁਐਤੇ ਏਕ ਰੂਪ ਹੋਇ ਗਇਓ। ਹੁਣ ਅਕਾਲ ਪੁਰਖ ਦਾ, ਗੁਰਾਂ ਦਾ ਸੁਭਾਅ ਹੈ, ਸਤਿਗੁਰ ਬੰਧਨ ਤੋੜ ਨਿਰਾਰੇ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਆਪਣੇ ਪਿਆਰਿਆਂ ਦੇ ਉਹ ਬੰਧਨ ਕੱਟਦੇ ਨੇ, ਚਾਹੇ ਰੋਗ ਨੇ, ਸੋਗ ਨੇ, 84 ਲੱਖ ਜੂਨਾ ਨੇ, ਤੇ ਚਾਹੇ ਪ੍ਰਤੱਖ ਪੈਰਾਂ ਦੀ ਬੇੜੀ ਹੈ, ਗੁਲਾਮੀ ਹੈ। ਕਾਟੀ ਬੇਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ, ਬੰਦ ਖਲਾਸੀ ਬਖਸ਼ਦੇ ਨੇ। ਹੁਣ ਭਾਰਤ ਵਰਸ਼ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ 1001 ਤੋਂ ਗੁਲਾਮ ਹੈ। ਕਦੇ ਮੁਗਲ ਡਾਇਨੈਸਟੀ, ਕਦੇ ਲੋਧੀ ਡਾਇਨੈਸਟੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤਾਈਂ 700 ਸਾਲ ਤੋਂ ਉੱਪਰ ਹੋ ਗਿਆ ਸੀ ਭਾਰਤ ਨੂੰ ਗੁਲਾਮ ਹੋਇਆ। ਔਰ ਇਸ ਸਮੇਂ ਦਰਮਿਆਨ ਭਾਰਤ ਦੇ ਇਤਿਹਾਸ ਨੂੰ ਫੋਲੋ, ਹਿਸਟਰੀ ਨੂੰ ਪੜ੍ਹੋ, ਹਰ ਪੰਨਾ ਹਿੰਦੂਆਂ ਦੇ ਲਹੂ ਨਾਲ ਭਰਿਆ ਨਜ਼ਰੀ ਆਵੇਗਾ। ਇੰਨਾ ਜ਼ੁਲਮ ਮੁਗਲਾਂ ਨੇ ਇਸ ਦੇਸ਼ ਤੇ ਕੀਤਾ। ਹੁਣ ਸਿੱਖ ਧਰਮ ਦਾ ਆਗਾਜ਼ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ। ਨਾ ਹਮ ਹਿੰਦੂ ਨਾ ਮੁਸਲਮਾਨ, ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਤਿਨ ਬੇਦੀਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਏ, ਤਿਨ ਇਹ ਕਲਮੋਂ ਧਰਮ ਚਲਾਇਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ 10ਵੇਂ ਗ੍ਰੰਥ ਵਿੱਚ ਵੀ ਕਹਿੰਦੇ ਨੇ, ਸਿੱਖ ਸਮੁਦਾਇ ਨਹੀਂ ਹੈ, ਸਿੱਖ ਧਰਮ ਹੈ। ਧਰਮ ਚਲਾਇਆ ਹੈ ਗੁਰੂ ਨਾਨਕ ਸਾਹਿਬ ਨੇ। ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਸ ਧਰਮ ਦੀ। ਹੁਣ ਸਿੱਖਾਂ ਤੇ ਵੀ ਅਤਿਆਚਾਰ ਮੁਗਲ ਕਰਦੇ ਨੇ, ਕਿਉਂਕਿ ਸਭ ਨੂੰ ਮਿਟਾ ਕੇ ਇੱਕ ਇਸਲਾਮ ਨੂੰ ਹੀ ਉਹ ਪ੍ਰਗਟ ਰੱਖਣਾ ਚਾਹੁੰਦੇ ਸਨ। ਭਾਰਤ ਵਰਸ਼ ਦੀ, ਸਨਾਤਨ ਮਤ ਦੀ, ਜੰਝੂ ਦੀ, ਇਨਸਾਨੀਅਤ ਦੀ ਰੱਖਿਆ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਟਕਰਾਏ ਔਰੰਗਜ਼ੇਬ ਨਾਲ, ਸ਼ਹੀਦ ਹੋ ਗਏ। ਇਹ ਟਕਰਾਅ ਬਾਬੇ ਕੇ ਤੇ ਬਾਬਰਕਿਆਂ ਚ ਗੁਰੂ ਨਾਨਕ ਸਾਹਿਬ ਤੇ ਬਾਬਰ ਦੇ ਸਮੇਂ ਤੋਂ ਹੀ ਚੱਲ ਰਿਹਾ ਸੀ। ਸਮਾਂ ਆਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਟਾਉਣ ਲਈ। 1704 ਈਸਵੀ ਮਈ ਦੇ ਮਹੀਨੇ 1761 ਬਿਕਰਮੀ ਸੰਮਤ ਨੂੰ ਔਰੰਗਜ਼ੇਬ ਦੇ ਹੁਕਮ ਵਿੱਚ 22 ਧਾਰ ਦੇ ਰਾਜੇ ਭੀਮ ਚੰਦ ਹੋਣੀ, ਸੂਬਾ ਸਰਹੰਦ ਵਜ਼ੀਰ ਖਾਂ, ਜਲੰਧਰ ਦਾ ਸੂਬਾ, ਕਸ਼ਮੀਰ ਦਾ ਸੂਬਾ, ਲਾਹੌਰ ਦਾ ਸੂਬਾ, ਉੱਤਰੀ ਭਾਰਤ ਦੀਆਂ ਫੌਜਾਂ ਨੇ ਆਨੰਦਾਂ ਦੀ ਪੁਰੀ ਨੂੰ ਘੇਰਿਆ। 7 ਮਹੀਨੇ ਜੰਗ ਚੱਲਦੀ ਰਹੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਹ ਵਾਲ ਵਿੰਗਾ ਨਹੀਂ ਕਰ ਸਕੇ। ਹੁਣ ਸੋਚਦੇ ਨੇ ਗੁਰੂ ਗੋਬਿੰਦ ਸਿੰਘ ਦੀਨ ਦਾ ਪਾਤਸ਼ਾਹ ਹੈ, ਔਰੰਗਜ਼ੇਬ ਦੇਸ਼ ਦਾ ਬਾਦਸ਼ਾਹ ਹੈ। ਹੁਣ ਦੀਨ ਦਾ ਪਾਤਸ਼ਾਹ ਜਿਹੜਾ ਹੈ ਉਹ ਧਰਮ ਦਾ ਬੜਾ ਅਦਬ ਕਰੇਗਾ ਹਰ ਇੱਕ ਦੇ। ਔਰੰਗਜ਼ੇਬ ਵੱਲੋਂ ਕਾਸਿਦ ਭੇਜਿਆ, ਹਲਕਾਰਾ ਭੇਜਿਆ, ਸੱਚੇ ਮੁਸਲਮਾਨ ਅੱਲਾ ਯਾਰ ਖਾਂ ਨੇ ਫਾਰਸੀ ਵਿੱਚ ਬਿਆਨ ਕੀਤਾ ਹੈ, इतने में इतला हुई कि कासिद काया है, सरहंद के नवाब का पैगाम लाया है। औरंगजेब दी चिट्ठी सरहंद दे नवाब नूं मिलदी है कसम दी, जो कासिद लैके आनंदपुर गुरु दरबार विच हाजिर होया, महाराज आनंदपुर छड्ड दिओ, झगड़ा टल जावेगा। छलना चाहुंदे ने पातशाह नूं भी एक वार खुले मैदान वाल नूं तुर पैण, फिर पिछों धोखे नाल हमला करांगे। सामने होके ते लड़न जोगे नहीं सन। पोह दे महीने दी ठंड भी मार पाउण लई तैयार खड़ी सी फौजां नूं। अखीर पातशाह ने आनंदां दी पुरी छड्डी, क्योंकि फकीर दा पहला कर्म है
ਧਰਮ ਨੂੰ, ਸ਼ਾਂਤੀ ਨੂੰ, ਸਹਿਜ ਨੂੰ ਪ੍ਰਫੁੱਲਤ ਕਰਨਾ। ਜਦੋਂ ਸਿਰੋਂ ਪਾਣੀ ਲੰਘੇ ਫਿਰ ਸ਼ਸਤਰ ਚੁੱਕਿਆ ਜਾਂਦਾ ਹੈ। ਖੈਰ ਆਨੰਦਪੁਰ ਛੱਡਿਆ, ਸਰਸਾ ਦੇ ਕੰਢੇ ਪੈਮਾ ਸ਼ਿਕਨ ਮੁਗਲ ਆਣ ਪਏ, ਜੰਗ ਹੋਇਆ। ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਆਦਿਕ ਸਿੱਖਾਂ ਨਾਲ ਚਲੇ ਗਏ ਰੋਪੜ ਥਾਣੀ ਦਿੱਲੀ ਨੂੰ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 5 ਪਿਆਰੇ ਭਾਈ ਦਇਆ ਸਿੰਘ ਆਦਿਕ 40 ਭੁੱਖੇ ਭਾਣੇ ਸਿੰਘ ਇਹ ਮੰਜ਼ਲਾਂ ਮਾਰਦੇ ਚਮਕੌਰ ਦੀ ਗੜੀ ਪਹੁੰਚੇ, ਜਿੱਥੇ 8 ਪੋਹ 1761 ਵਿਕਰਮੀ ਸੰਮਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਸਾਵਾਂ ਯੁੱਧ ਹੋਇਆ। ਅਸਾਵਾਂ ਇਸ ਲਈ, ਇੱਕ ਬੰਨੇ ਭਾਰਤ ਵਰਸ਼ ਦੀ ਹਕੂਮਤ 22 ਧਾਰ ਦੇ ਬਹੁਤਾਤ ਵਿੱਚ ਰਾਜੇ ਸਾਰੇ ਖਵਾਜਾ ਮਹਿਮੂਦ ਦੀ ਰਹਿਨਮਾਈ ਵਿੱਚ ਦਿੱਲੀ ਤੋਂ ਆਈਆਂ ਫੌਜਾਂ, ਬੜੇ ਬੜੇ ਗਨੀ ਖਾਂ, ਨਾਰ ਖਾਂ ਵਰਗੇ ਜਰਨੈਲ। ਦੂਸਰੀ ਤਰਫ 40 ਭੁੱਖੇ ਸਿੰਘ ਤੇ ਇੱਕ ਫਕੀਰ, ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਜ਼ਫਰਨਾਮੇ ਦੇ ਬੋਲ ਨੇ, ਗੁਰ ਸਿਹੀਂ ਚੇਕਾਰੇ ਕੋ ਨਦ ਚਹਿਲ ਨਰ ਕੇ ਦਹਲਕ ਬਰਾਇਦ ਬਰੋਬੇ ਖਬਰ। 10 ਲੱਖ ਫੌਜ ਦੇ ਨਾਲ ਟਕਰਾਅ ਹੋਇਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। 10 ਲੱਖ ਫੌਜ ਦਾ ਘੇਰਾ ਉਡਾ ਕੇ ਗੁਰੂ ਗੋਬਿੰਦ ਸਿੰਘ ਨਗਾਰੇ ਤੇ ਨਗਾਰਾ, ਤਾੜੀ ਤੇ ਤਾੜੀ ਲਾਉਂਦਾ, ਐਲਾਨ ਕਰਦਾ, ਹਿੰਦ ਦਾ ਪੀਰ ਮਾਛੀਵਾੜੇ ਪਹੁੰਚ ਕੇ ਦੀਨੇ ਕਾਂਗੜ ਜਾਂਦਾ ਹੈ। ਔਰੰਗਜ਼ੇਬ ਨੂੰ ਲਿਖਦਾ ਹੈ, ਤੂੰ ਹਾਰ ਗਿਆ, ਮੈਂ ਜਿੱਤ ਗਿਆ। ਕਾਰਨ ਕੀ ਹੈ? 10 ਲੱਖ ਫੌਜ ਮੇਰਾ ਵਾਲ ਨਹੀਂ ਵਿੰਗਾ ਕਰ ਸਕੀ ਔਰੰਗਜ਼ੇਬ। ਅਸਲ ਮਸਲਾ ਇਹ ਹੈ, ਤੈਨੂੰ ਮਾਣ ਫੌਜਾਂ ਤੇ ਸੀ, ਮੈਨੂੰ ਮਾਣ ਅਕਾਲ ਪੁਰਖ ਤੇ ਸੀ, ਤੇ ਅਕਾਲ ਪੁਰਖ ਕਦੇ ਹਾਰਦਾ ਨਹੀਂ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸਦਾ ਹੀ ਉਹਦੀ ਜਿੱਤ ਹੈ, ਤੇ ਜਿਹਦੀ ਪਿੱਠ ਤੇ ਉਹ ਖਲੋ ਜਾਵੇ ਉਹਨੂੰ ਫਿਰ ਡਾਰਾਂ ਦਾ, ਗਿੱਦੜਾਂ ਦਾ ਡਰ ਨਹੀਂ ਰਹਿੰਦਾ। ਕਉਰਾ ਗਰੂਰਸਤ ਬਾ ਮੁਲਕ ਮਾਲ ਵਾ ਮਾਰਾ ਪਨਾਸਤ ਯਸਦਾ ਅਕਾਲ। ਮੈਂ ਜਿੱਤਿਆ ਹਾਂ ਜੰਗ ਨੂੰ ਕਹਿੰਦੇ। ਦੂਸਰੀ ਤਰਫ ਸਰਸਾ ਦੇ ਕੰਢੇ 7 ਪੋਹ ਦੀ ਸਵੇਰ, ਜਿਹੜਾ ਪਰਿਵਾਰ ਦਾ ਤੀਸਰਾ ਹਿੱਸਾ ਸੀ, ਮਾਤਾ ਗੁਜਰੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਰਿਵਾਰ ਨਾਲੋਂ ਜੁਦਾ ਹੋਏ ਸਨ। ਇਹ ਤੁਰੇ ਜਾ ਰਹੇ ਨੇ। ਹੁਣ ਦਰਿਆਵਾਂ ਦੇ ਮੰਡ ਦੇ ਇਲਾਕੇ ਵਿੱਚ ਤੁਸੀਂ ਵੇਖੋ, ਲੰਮਾ ਜਿਹਾ ਘਾਹ ਹੁੰਦਾ, ਕਾਈ ਕਹਿ ਦਿੰਦੇ ਉਹਨੂੰ, ਜਿਵੇਂ ਅਫਰੀਕਾ ਵਿੱਚ ਐਲੀਫੈਂਟ ਗ੍ਰਾਸ ਹੁੰਦਾ ਨਾ, ਉਹਦੇ ਓਲੇ ਓਲੇ ਮਾਤਾ ਜੀ ਬੱਚਿਆਂ ਨੂੰ ਲਿਜਾ ਰਹੇ ਨੇ ਵੀ ਮੁਗਲਾਂ ਦੀ ਨਜ਼ਰ ਨਾ ਚੜ ਜਾਣ। ਤੁਰੇ ਜਾਂਦੇ ਨੇ ਤੇ ਬੱਚਿਆਂ ਦਾ ਇੱਕ ਸੁਭਾਅ ਹੁੰਦਾ ਹੈ ਵੀ ਜਦੋਂ ਘਰ ਵਿੱਚ ਕੋਈ ਅਣਸੁਖਾਵੀਂ ਜਾਂ ਸੁਖਾਵੀਂ ਘਟਨਾ ਵਾਪਰੇ, ਉਹ ਸਵਾਲ ਜਵਾਬ ਬੜੇ ਕਰਦੇ ਨੇ। ਬੁੱਢੀ ਮਾਤਾ ਗੁਜਰੀ ਦੇ ਨਾਲ ਤੁਰੇ ਜਾਂਦੇ ਇਹ ਬਚੜੇ ਬਾਤਾਂ ਪਾਉਂਦੇ ਸਨ। ਅੱਲਾ ਯਾਰ ਖਾਨ ਨੇ ਫਾਰਸੀ ਦੀ ਪੁਸਤਕ ਸ਼ਹੀਦਾਨੇ ਵਫਾ ਵਿੱਚ ਇਹ ਬਚਨ ਲਿਖੇ ਨੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, दरिया पे हमको छोड़ के राही किधर गए, तड़पा के हाय सूरत माही किधर गए, अल्लाह भजा के लश्कर शाही किधर गए, भाई भी हमको भूल गए जोके जंग में, शोके जंग में, अपना ख्याल तक नहीं जोके तुफंग में। माता साडे सिंह नजरी नहीं आउंदे, हथियार बंद सन जो, बादशाहां वर्गी ठाठ सी बाप गुरु गोबिंद सिंह दी, ओ नजरी नहीं आउंदे। ਅਸੀਂ ਭਾਈ ਵੇਖੇ ਸੀ ਅਜੀਤ ਸਿੰਘ, ਜੁਝਾਰ ਸਿੰਘ ਸਰਸਾ ਦੇ ਕੰਡੇ ਜੰਗ ਵਿੱਚ ਰੁੱਝੇ ਹੋਏ, ਇੰਨੇ ਤੁਫੰਗ ਰਫਲਾਂ ਚਲਾਉਣ ਵਿੱਚ ਰੁੱਝ ਗਏ, ਸਾਡਾ ਖਿਆਲ ਹੀ ਭੁਲਾ ਦਿੱਤਾ ਉਹਨਾਂ ਨੇ, ਸਾਨੂੰ ਇਕੱਲਿਆਂ ਨੂੰ ਛੱਡ ਕੇ ਚਲੇ ਗਏ। ਜੇ ਆਏ ਨਾ ਜੰਗ ਜਿੱਤ ਗਏ, ਅਸੀਂ ਅਜੀਤ ਸਿੰਘ ਜੁਝਾਰ ਸਿੰਘ ਨਾਲ ਬੋਲਣਾ ਹੀ ਨਹੀਂ ਹੈ। ਕਦੇ ਮਾਤਾ ਮਨਾਵੇਂਗੀ, ਕਦੇ ਪਿਤਾ ਆ ਕੇ ਮਨਾਉਣਗੇ, ਪਰ ਅਸੀਂ ਮੰਨਣਾ ਨਹੀਂ ਮਾਂ। ਅੱਲਾ ਯਾਰ ਖਾਨ ਲਿਖਦੇ ਨੇ, बच्चे कह रहे सन जब रन अजीत जीत के तशरीफ लाएंगे, अब्बा के साथ
जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हम गले लगा के वो कहेंगे बार बार मान जाओ, लेकिन हम नहीं मानेंगे जीन हार। उन्हें जिद करनी है गले ला के सानू मन जाओ, असी नहीं मनना। दूसरा बोलदा है वीरा, जे उन्हें कुछड़ चुक लिया उतारिया ही ना, तो फिर किन्ना समा अड़े रवांगे, कदे भी नहीं मनांगे। जवाब दिता दूसरे साहिबजादे ने, देख वीर, जे वादा करनगे इकरार करनगे भी अगां तो इदा नहीं छड़ के जाते, फिर मन जावांगे। इकरार लेंगे सबसे भुलाना ना फिर कभी, बारे दिगर बिछड़ के सताना ना फिर कभी। हमको अकेले छोड़ के जाना ना फिर कभी, कह देते हैं यूं हमको रुलाना ना फिर कभी। बच्चों की गुफ्तगू जो सुनी दादी जान ने, बेइख्तियार रो दिया उस वाला शान ने। उच्ची शान वाली माता गुजरी ने जदों ये बचन सुने, वैराग आया। कैसियां भोलियां बातां बच्चे करते ने। पैंडा लंघते जा रहे सन, ना ये साहिबजादे ते ना बुढ़ी मां गुजरी इस पैंडे दी हाणी सी। नुकीले पत्थर, जंगल दा इलाका, जेड़े कोमल चरण साहिबजादियां दे कदे खिडावियां मिट्टी ते नहीं सी लगन दिते, अज वो कंडियां ते चल रहे सन। तुरे जांदे इस विछोड़े दी पीड़ा नूं सहन करते हुए अगे वध रहे सन। मां सोच रही सी भी कोई वड्डा इम्तिहान अगां खलोता है मेरी उडीक विच। मैनू बच्चियां दी जान खतरे विच जापदी है। कहंदे मैं बड़े सब्र वाली हां, प्यारे पति को पहले ही मैं हूं कटा चुकी। कुदरत तेरी है सब्र मेरा अजमा चुकी। मां काल पुरख नूं कहंदी, ऐ परमेश्वर, मैं धर्म दे लई अपना पति गुरु तेग बहादुर अगे कटवा दिता, रंचक मात्र भी गिला नहीं कीता तेरी करनी ते। मेरा फरजंद जुदा, मेरियां बहुआं जुदा ने, अपना पति तो मैं वार चुकी हां। ये बच्चे मेरे नहीं, मेरे फरजंद गुरु गोबिंद सिंह मेरियां नौहां दी अमानत ने मेरे कोल। मैनू इन्हां दा फिक्र है, पर मैं ये भी तैनू जताउणा चाहुंदी हां भी किधरे इन्हां दे सिर ते भी तलवार लटकी ना, इन्हां नू दीन लई शहीद होना पिया, ते मैं गिला नहीं करांगी तेरी करनी ते, खिड़े मथे प्रवान करांगी। पर अमानत मेरे फरजंद दी है, दिलबंद दी है, मैनू फिक्र है इन्हां दा। सतपो दियां शामां 1761 बिक्रमी संमत पिंड ਚੱਕ ਢੇਰੇ ਦੇ ਪੱਤਣ ਤੇ पहुंचे, जिथे सतलुज सरसा नदी का ਸਾਂਝਾ कंढा है। हनेरा पसर रहा सी। इत्थे एक कुल्ली देखी है करीम बख्श माशी दी। माशी तो भावो मलाह, गुरु कियां साखियां विच भी उन्होंने कुम्मा माशकी कहा है। नाम एदा करमू सी। मुगलों ने धक्को जोरी इस हिंदू का धर्म तब्दील करके इनू करीम बख्श बना लिया सी। गुरु गोबिंद सिंह जी दे हजूरी कवि दुन्ना सिंह हंडूरिया लिखते ने, एक सक्का हिंदू तह आही, तुर्क जोर तह जन्म वटाही, कुम्मा ते कीमा तह कीना, तिस ही कै ग्रह बासा लीना। उहदी कुली विच टिक गए। भाई संतोख सिंह हुणा गुरप्रताप सूरज ग्रंथ विच भी ये लिखिया है,
सतलुज दे कंढे रात कट्टी है परिवार ने। एक दू रात कहूं बस कै तट, 100 द्रव के गमने पिख थाई, उथे टिके ने। खैर कुंभा माशकी नूं माता जी ने सारा बिरतांत दस्या। पिंड विच गया, एक माई लक्ष्मी रहिंदी सी ब्राह्मणां दे घर, परिवार दी ओ बच्ची। माई कोलों भोजन लिया के माता जी नूं बच्चियां नूं छकाया, कुली विच आसन लवाया, आप कुली दे बाहर टिक गया। थक टुट के रोज किरत करके अख लग जांदी सी, अज नहीं सुता। सारी रात तारियां दी लोए वैराग करदा रहा। ऐ गुरु गोबिंद सिंह, तेरा कोई वैर नहीं सी औरंगजेब नाल, गुरु तेग बहादुर साहिब दा भी कोई वैर नहीं सी। तुसीं हिंदुआं नूं जंजू नूं रखण लई इंसानियत दी खातर कुर्बानी कीती। अज घरों बेघर होए फिरदे हो, सानू हसदियां वसदियां रखण लई आप कष्ट उठा रहे हो, कैसे परोपकारी हो तुसीं। बाणी कहंदी है ना, सतगुर कीनो पर उपकार, काढ़ लीन सागर संसार। गुरु परोपकारी है, गुरु दर आयां दी बाह पकड़न वाला है। रात लंघी, 8 पोह दा दिन चढ़िया। माता लक्ष्मी भोजन लैके पत्तन ते आई। साहिबजादियां नूं माता जी नूं उस ब्राह्मणी ने भोजन छकाया। कवि दुन्ना सिंह हंडूरिया कथा गुरु जी के सुतन की विच लिखदे ने, माता गुजरी ने खुश होके कुछ पैसे कुमे माशकी नूं दिते, कुछ गहने माता लक्ष्मी दी सेवा ते प्रसन्न होके उसनूं दिते। बस इत्थे गंगू रसोईए दी निगाह माया ते पै गई है। माने दा डोलिया। ये पत्तन कुमे माशकी ने बेड़ी विच बिठा के माता जी साहिबजादियां नूं गंगू नूं पार करा दिता। गुरां दी खोज विच चल पए, रोपड़ दे नजदीक पहुंचे। गंगू दे अंदर बेईमानी सी, आखण लगा माता जी रोपड़ विच सख्ताई बड़ी है, फौजां दा पहरा बड़ा है, आपां रस्ता बदल के, मेरा पिंड नजदीक है उधर चलते हैं, जदों सुखावा माहौल होवेगा गुरां दी तलाश करके तुहानूं उत्थे पहुंचा दवांगा। असल विच ये जाणदा सी भी जे रोपड़ वल गए ते उधर निहंग खां पठान सूरबीर गुरां दा सेवक रहिंदा है। जे ओदी नदरे गुरु परिवार चढ़ गया ते उन्हें मुगलों नाल टक्कर लैंदे ने, परिवार नूं सही सलामत गुरु साहब कोल पहुंचा देना है। माता कोल सोने दियां मोहरां ने, पैसा है, मैं किवें लुटांगा फिर। सो रोपड़ नहीं लैके गया। अल्लाह यार खां ने भी ये गवाही भरी है भी ओ गंगू रस्ता बदल के अपने पिंड वल लै तुरिया। आखण लगा गांव मेरा करीब है, चलिए वहां जनाब, बांगे उठा के आइए, पीछे मेरे शिताब, जल्दी ना लाओ मेरे पीछे। गंगू सी ते वफादार, पर मन है ना डोल जाता है। बाणी कहती है ना, मन खुटहर तेरा नहीं विसास, तू महा उदमादा। मन खोते वर्गा है, कदे टपूसी मार के सज्जे कदे खब्बे, कदे ज्ञान विच कदे अज्ञान विच, कदे वफादारी कदे अकृत कणता। गुरबिलास पातशाही 10वीं विच भी भाई सुखा सिंह जी लिखते ने, होतो मसंद नीच एक पापी बिप चंडार, बंस सो खापी। वो लिखते ने, रोपर ते वहो राहो भुलाई, निजपुर को लै गयो कसाई। अपने पिंड नूं लै तुरिया रोपर तो रस्ता बदल के। हुण पिंड काई नौर पहुंचे, जो केवल 2 किलोमीटर पिंड सहेड़ी तो हटवा सी गंगू दे पिंड तो। इत्थे रात एक तलाह दे कंढे गुरु परिवार ने कट्टी है। उत्थे अजकल गुरुद्वारा बाबे शहीदां बनिया है। इत्थों गंगू कहंदा मां मेरा पिंड नजदीक है, चलो तुहानू मैं उत्थे
ਲੈ ਚੱਲਦਾ ਹਾਂ। 9 ਪੋਹ ਦੀ ਸੁਬਾਹ ਉੱਥੋਂ ਚੱਲੇ ਨੇ। ਜੇ ਆਪਾਂ ਦੂਰੀ ਵੱਲ ਵੇਖੀਏ, ਪਿੰਡ ਚੱਕ ਢੇਰਾ ਤੋਂ ਜਿੱਥੇ 7 ਪੋਹ ਦੀ ਰਾਤ ਕੱਟੀ ਸੀ, ਉੱਥੋਂ ਪਿੰਡ ਕਾਈ ਨੌਰ ਦੀ ਦੂਰੀ 27 ਕਿਲੋਮੀਟਰ ਹੈ, ਰੋਪੜ ਦੇ ਵਿੱਚ ਦੀ। ਕਾਈ ਨੌਰ ਤੋਂ ਸਹੇੜੀ ਪਿੰਡ ਵੱਲ ਨੂੰ ਲੈ ਤੁਰਿਆ। ਪਿੰਡ ਤੋਂ ਬਾਹਰ ਤਕਰੀਬਨ 1 ਕਿਲੋਮੀਟਰ ਇਹਨੇ ਇੱਕ ਢੱਕ ਸੀ, ਜੰਗਲ ਸੀ, ਉੱਥੇ ਗੁਰੂ ਪਰਿਵਾਰ ਨੂੰ ਬਿਠਾ ਦਿੱਤਾ। ਕਹਿੰਦਾ ਮਾਂ ਮੈਂ ਪਿੰਡ ਜਾ ਕੇ ਦੇਖਾਂ ਮਾਹੌਲ ਕੈਸਾ ਹੈ। ਆਪ ਚਲਿਆ ਗਿਆ ਔਰ ਸਾਰੀ ਦਿਹਾੜੀ ਲੰਘ ਗਈ, ਮੁੜਿਆ ਹੀ ਨਾ। ਮਾਤਾ ਜੀ ਨੇ ਉੱਥੇ ਇੱਕ ਕੁੱਲੀ ਵੇਖੀ, ਉੱਥੇ ਚਲੇ ਗਏ। ਇੱਕ ਫਕੀਰ ਉਸ ਕੁੱਲੀ ਦੇ ਵਿੱਚ ਰਿਹਾ ਕਰਦਾ ਸੀ, ਉਹ ਵਿਚਰਦਾ ਰਹਿੰਦਾ ਸੀ। ਉਸ ਸਮੇਂ ਕੁੱਲੀ ਵਿੱਚ ਨਹੀਂ ਸੀ। ਜਦੋਂ ਉਹ ਪਰਤਿਆ, ਅਜਨਬੀ ਚਿਹਰੇ ਵੇਖ ਕੇ ਮਾਤਾ ਜੀ ਨੂੰ ਪੁੱਛਦਾ ਹੈ ਤੁਸੀਂ ਕੌਣ ਹੋ? ਮਾਤਾ ਜੀ ਭੇਤ ਨਹੀਂ ਸੀ ਦੇਣਾ ਚਾਹੁੰਦੇ। ਕਹਿੰਦੇ ਅਸੀਂ ਬਸ ਐਵੇਂ ਹੀ ਇੱਥੇ ਬੈਠੇ ਹਾਂ, ਰਾਹੀ ਹਾਂ। ਉਹ ਗੁਰਦੁਆਰਾ ਉੱਥੇ ਐਮਾ ਸਾਹਿਬ ਬਣਿਆ ਹੈ ਅੱਜ ਕੱਲ। ਫਕੀਰ ਨੇ ਨੂਰਾਨੀ ਚਿਹਰੇ ਵੇਖੇ, ਫਿਰ ਪਰਤ ਗਿਆ। ਕਹਿੰਦਾ ਤੁਸੀਂ ਆਰਾਮ ਕਰੋ। ਓਨੇ ਸਮੇਂ ਨੂੰ ਗੰਗੂ ਵਾਪਸ ਆਇਆ। ਮਾਤਾ ਜੀ ਨੂੰ ਕਹਿੰਦਾ ਹੁਣ ਠੀਕ ਹੈ, ਹਨੇਰਾ ਪਸਰ ਗਿਆ, ਕੋਈ ਨਹੀਂ ਦੇਖੇਗਾ, ਚਲੋ ਘਰ ਨੂੰ ਚੱਲਦੇ ਆਂ। 9 ਪੋਹ ਦੀਆਂ ਸ਼ਾਮਾਂ ਤੋਂ ਬਾਅਦ ਇਹ ਗੁਰੂ ਪਰਿਵਾਰ ਨੂੰ ਲੈ ਕੇ ਪਿੰਡ ਸਹੇੜੀ ਆਪਣੇ ਘਰ ਪਹੁੰਚਿਆ ਹੈ। ਅੱਲਾ ਯਾਰ ਖਾਨ ਲਿਖਦੇ ਨੇ, ਖੇੜੀ में जा बिराजे यह अल किस्सा शाम को, कोठा ब्राह्मण ने दिया एक कयाम को। एक कोठे विच आसन लवा दिता। माता जी इत्थे आराम करो ते अपनी मां सोभी नूं कहंदा इन्हां नूं खाणे विच ਜ਼ਹਿਰ पा दे, इन्हां कोल धन बड़ा है। जिथे धर्म निभाउण वाले कई ने, उत्थे बाणी कहंदी है असंख चोर हराम खोर, कृत घण भी बड़े ने दुनिया ते। माता सोभी ने जवाब दे दिता, गंगू तू इन्हां दा नमक खाधा है, तू अकृत घणता ते उतर आया, मैं जहर नहीं दवांगी, इन्हां नूं पाप नहीं कमाउणा। खैर रात बिराजी है माता गुजरी नाल साहिबजादे। गंगू ने माया दा जिहड़ा खुरजा सी वो चुकिया, टोआ पुट के विच नप दिता। अल्लाह यार खान लिखदे ने, मोहरों का बदरा और वो डब्बा उड़ा गया, धोखे से बरहमन वो खजाना चुरा गया। खजाना लुको लैंदा है। किया ना जाने किरत घण विच जोनी फिरते, लूण खा के हराम कर दिता गया। सुबह हुई है, 10 पोह दा दिन चढ़िया ते माता जी आखण लगे, गंगूआ चंगा कीता ही माया साम लई, माहौल चंगा नहीं है, ठीक नहीं। कहंदा माता जी माया उते तुहाडे कोल सी, मैं दस्सिया सी, हालात बड़े विगड़े हुए ने, साम के रखियो, कोई रात उठा के लै गया होवेगा, मैनू ते नहीं पता। माता जी आखण लगे, गंगिया क्यों झूठ बोलदा है, माया तू उठाई है, चंगा कीता है, शाम लई है। कहंदा सीधा क्यों नहीं कहंदे भी चोरी कीती है। एक तुहानू पनाह दवां, पिंड पिंड ढंडोरा पिटिया जा रहा, गुरु परिवार की मदद करने वाले नू कोलू पीड़िया जाना है, सूली चाढ़िया जाना है, जिहड़ा गुरु परिवार नूं पकड़ावे उहनूं इनाम मिलना है। मैं वैर कमा रहा मुगलिया सल्तनत नाल तुहानूं पनाह दे के, ते तुसीं मैनूं चोर कहिंदे हो। माता जी आखण लगे, गंगिया पैसे की लोड़ सी ते मंग लैंदा, मैं अपना पति नहीं लुकोया, धर्म दे उत्तों गुरु तेग बहादुर साहब वार दिते, ते ये माया की किहड़ी गल सी। पर नहीं, ये कित्थे टलदा है। नाले इहदा जो कर्म सी ना, नेपरे ते चढ़ गया सी, पैसा इहने दबा लिया। हुण सोचदा है भी दोहरा इनाम लैना है, साहिबजादियां नूं गिरफ्तार करवा के सरकार कोलों।
ਮਾਤਾ ਨੂੰ ਕਹਿੰਦਾ ਮੈਨੂੰ ਚੋਰ ਆਖਿਆ ਹੈ ਨਾ, ਹੁਣ ਦੱਸਾਂਗਾ ਤੁਹਾਨੂੰ। ਦੌੜ ਕੇ ਸਹੇੜੀ ਪਿੰਡ ਦੇ ਚੌਧਰੀ ਕੋਲ ਗਿਆ, ਕਹਿੰਦਾ ਗੁਰੂ का परिवार मेरे घर है, चल मरिंडे चलिए, गिरफ्तार करवाइए, इनाम मिलेगा मैनू। चौधरी ने कुछ करिंदे भेजे भी जाओ गंगू दे घर पहरा दिओ, किधरे माता गुजरी बच्चियां नूं लैके चली ना जावे, असीं उन्ने समय विच जानी खां मानी खां ताईं पहुंच करके मोरिंडे जाने हैं। 3 किलोमीटर मोरिंडा सी सहेड़ी पिंड तो। ये दौड़े गए गंगू ते चौधरी, जाके गनी खां नूं जानी खां मानी खां नूं शिकायत कर दिती है भी साडे कोल गुरु परिवार है, गिरफ्त विच लै लो। सिपाही आए, कोमल हत्थां विच हथ कड़ियां, पैरी बेड़ियां ला के 10 पोह दियां शामां नूं साहिबजादियां नूं माता गुजरी नूं जानी खां मानी खां लैके मोरिंडे चले गए। कहंदे मोरिंडे एक भाई टिक गया थानेदार, दूजा सीधा उथों 10 पोह दी रात ही पहुंचिया है सरहंद। शिकायत की वजीर खां नूं। वजीर खां बड़ी चिंता विच सी। 10 लाख फौज चों 3 हिस्से गुरु गोबिंद सिंह ने खत्म की है। और मुश्किल यह है औरंगजेब नूं जवाब किदां दवां, गुरु काबू नहीं आया। जानी खां कहंदा क्यों झोरा करदे हो, गुरु परिवार काबू विच है, मोह दीआं तंदां ऐसियां बच्चियां नूं बचाउण लई गुरु गोबिंद सिंह चुकेगा। ऐ मूर्ख भुल गया गुरु गोबिंद सिंह कोई चमदा लिफाफा दुनियावी इंसान नहीं है, सतगुर मिलिया सदा मुक्त है, जिन विचों मोह चुकाया। गुरु गोबिंद सिंह मोह दा बज्जा नहीं, मोह तोड़न वाला है। जे मोह दा बज्जा हुंदा ते 17 साल दे जीत सिंह, 14 साल दे जुझार सिंह नूं भाई दया सिंह मान सिंह वांग चमकौर दी गढ़ी चों घेरा तोड़ के कढ लिआउंदा, ना कि नंगियां तलवारां ते नचदियां वेख शहीदी ते जकारे छड्डदा। ये नहीं चुकण वाला। खैर रात 10 पोह दी नूं ही वजीर खां ने सिपाही घल दिते भी जाओ, सुबह सूरज चढ़न तो पहला ही 11 पोह नूं साहिबजादियां नूं गिरफ्त विच लैके मोरिंडे तो सरहंद लै आओ। इसे तरह हुई। भाई रतन सिंह भंगू कहंदे एह सुन फौज नवाब चढ़ आई, लए सिरंद उन ढिग मंगाही। बच्चे गिरफ्तार करके बेड़ियां विच जकड़ के लै आंदे। हजूरी कवि दुन्ना सिंह हंडूरिया गुरु गोबिंद सिंह जी दे लिखदे ने, राहे के गए सिरंद मझारी, हाथन मद हथोड़ी डारी, पद में ताहे जंजीर धराए, कोई कहे बालन मरवाए। कोमल हत्थां विच हथ घड़ियां, पैरी बेड़ियां, 7 ते 9 साल दे बच्चे। बुढ़ी माता गुजरी 11 पोह नूं गिरफ्तार करके सरहंद लिआंदे गए। कवि संतोख सिंह लिखदे ने, सब को तबै हटाए कर, ले गयो तहां ही, बुरज बिखे उतरे थिरे, जननी दुख माही। वजीर खां दे हुक्म विच बुरज भेजिया गया, ठंडा बुरज। इट्स लाइक एसी गैसट हाउस, जिवें अजकल गैसट हाउस हुंदे ने ना ठंडे, इउं सी भी उच्चा एक बुरज है, कौले कड्डे ने पिलर, विच चिनाई नहीं है, इटां नहीं लाइयां भी हवा वगदी रवे, ठंडा रवे। घेरे घेरे जल है। वो जदों जल नाल नदी नाल हवा टकराउंदी सी, वो ठंडी होके बुरज नूं वजदी है, बुरज ठंडा हो जांदा। ते तुसीं हिसाब लाओ, आ दिन चल रहे ने, पोह दा महीना है, दिसंबर, किन्ना ठंडा होवेगा बुरज। अज पहली पेशी होण लगी है। हुक्म होया वजीर खां दा, साहिबजादियां नूं दरबार विच पेश करो। हुण दरबारी चल तुरे ने, बेनती कीती है माता गुजरी नूं, मां बच्चे तैयार कर, हुक्म दे बजे असीं आए हां, कचहरी लगी है। मां कहंदी कचहरी चोरां डाकुआं लई लगदी है, नाबालग बच्चे ने, इन्हां ने किहड़ा गुनाह कीता है। कहंदे मां हुक्म होया है, निभाउणा पैना है सानूं। माता जी ने साहिबजादे तैयार कीते ने।
ਮੱਥੇ ਚੁੰਮ ਕੇ ਮਾਈ ਕਹਿੰਦੀ ਤੁਹਾਡੀਆਂ ਰਗਾਂ 'ਚ ਗੁਰੂ ਅਰਜਨ ਸਾਹਿਬ ਦਾ ਲਹੂ ਹੈ ਜੋ ਤੱਤੀ ਤਵੀ ਤੇ ਬਹਿ ਗਿਆ। ਕਹਿੰਦਾ ਕੀ ਹੈ ਤੇਰਾ ਕੀਆ ਮੀਠਾ ਲੱਗਿਆ, ਧਰਮ ਨਹੀਂ ਛੱਡਿਆ, ਕਲਮਾ ਨਹੀਂ ਪੜਿਆ। ਤੁਹਾਡੀਆਂ ਰਗਾਂ ਵਿੱਚ ਗੁਰੂ ਤੇਗ ਬਹਾਦਰ ਦਾ ਲਹੂ ਹੈ, ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਨਹੀਂ ਛੱਡਿਆ, ਕਲਮਾ ਨਹੀਂ ਪੜਿਆ, ਇਸਲਾਮ ਨਹੀਂ ਕਬੂਲ ਕੀਤੀ, ਸਿਰ ਕਟਵਾ ਲਿਆ। ਤੁਹਾਡੀਆਂ ਰਗਾਂ 'ਚ ਗੁਰੂ ਗੋਬਿੰਦ ਸਿੰਘ ਦਾ ਲਹੂ ਹੈ, 10 ਲੱਖ ਫੌਜਾਂ ਨਾਲ ਲੜਿਆ ਪਰ ਝੁਕਿਆ ਨਹੀਂ। ਅੱਲਾ ਯਾਰ ਖਾਂ ਨੇ ਤਾਂ ਹੀ ਤੇ ਕਿਹਾ ਹੈ ਜਿਸ ਰਨ ਮੇਂ ਲੜਾ ਬੇਸਰੋ ਸਾਬਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਸਿੱਖਾਂ ਬਾਰੇ ਤੇ ਤੁਸੀਂ ਕਹਿ ਦੋਗੇ ਲੋਕੋ ਵੀ ਵਧਾ ਚੜਾ ਕੇ ਤਾਕਤ ਵਿਖਾਉਂਦੇ ਨੇ ਗੁਰੂ ਗੋਬਿੰਦ ਸਿੰਘ ਦੀ। ਮੁਸਲਮਾਨ ਸੀ ਅੱਲਾ ਯਾਰ ਖਾਂ, ਦੂਜੇ ਬੰਨੇ ਮੁਗਲ ਵੀ ਮੁਸਲਮਾਨ ਨੇ। ਉਹ ਕਹਿੰਦਾ ਬਿਲਕੁਲ ਪੱਥਰ ਤੇ ਲਕੀਰ ਹੈ, ਜਦੋਂ ਲੜਿਆ ਮਰਦ ਮੁੱਠੀ ਪਰ ਸਿੰਘ ਲੈ ਕੇ ਲੱਖਾਂ ਨਾਲ ਲੜਿਆ ਹੈ ਔਰ ਜਿੱਤਿਆ ਹੈ, ਉਹਨੂੰ ਹਰਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ। ਤੁਹਾਡੀਆਂ ਰਗਾਂ 'ਚ ਉਸ ਬਾਪੂ ਦਾ ਲਹੂ ਹੈ, ਜਾਓ ਖਬਰ ਦਾਦੇ ਵਾਲੀ ਮਿਲੇ ਮੈਨੂੰ, ਸਿਰੜ ਨਾ ਛੱਡਿਓ, ਸਿਰ ਦੇ ਦਿਓ, ਜੈ ਜੈਕਾਰ ਹੋਵੇ ਦੀ ਦੁਨੀਆ ਤੇ। ਐਸਾ ਸੁਭਾਅ ਰੱਖਣਾ ਹੈ ਜੋ ਤਨ ਚੀਰ ਹੈ, ਅੰਗ ਨਾ ਮੋਰੋਂ ਪਿੰਡ ਪਰੈ ਤੋ ਪ੍ਰੀਤ ਨਾ ਤੋਰਾਂ। ਟੋਟੇ ਟੋਟੇ ਹੋ ਜਾਇਓ ਪਰ ਧਰਮ ਨਹੀਂ ਛੱਡਣਾ। ਇਹ ਮਾਤਾ ਗੁਜਰੀ ਦੀ ਸਿੱਖਿਆ ਸੀ। ਚੱਲ ਪਏ ਹੁਣ ਵੱਡੀ ਕਚਹਿਰੀ ਹੈ, ਕਿਲਿਆਂ ਦੇ ਦਰਵਾਜ਼ੇ ਤੁਸੀਂ ਵੇਖੇ ਨੇ, ਬੜੇ ਬੜੇ ਉੱਚੇ ਹੁੰਦੇ ਨੇ। ਇੱਕ ਛੋਟਾ ਦਰਵਾਜ਼ਾ ਹੁੰਦਾ ਹੈ। ਹੁਣ ਵੱਡਾ ਦਰਵਾਜ਼ਾ ਬੰਦ ਸੀ, ਦਰਵਾਜ਼ਾ ਛੋਟਾ ਖੁੱਲਿਆ ਹੈ, ਸਾਹਮਣੇ ਤਖਤ ਤੇ ਵਜ਼ੀਰ ਖਾਂ ਬਹਿੰਦਾ ਹੈ। ਸੂਬਾ ਸਰਹੰਦ ਭਾਰਤ ਵਰਸ਼ ਦਾ ਵੱਡਾ ਸੂਬਾ ਸੀ, ਜਿਹੜਾ ਲੰਘੇ ਸਿਰ ਝੁਕਾ ਕੇ ਲੰਘੇ। ਸਿਪਾਹੀ ਕੁਝ ਅੱਗੇ ਕੁਝ ਪਿੱਛੇ ਸਾਹਿਬਜ਼ਾਦਿਆਂ ਦੇ, ਔਰ ਵਿਉਂਤ ਘੜੀ ਗਈ ਵੀ ਜਦੋਂ ਸਿਪਾਹੀ ਝੁਕੇ ਲੰਘਣ, ਇਹ ਬੱਚੇ ਵੀ ਝੁਕੇ ਲੰਘਣਗੇ। ਰੌਲਾ ਪਾ ਦੇਵਾਂਗੇ ਸਜਦਾ ਕਰ ਦਿੱਤਾ ਨਵਾਬ ਨੂੰ, ਝੁਕ ਗਏ ਨੇ, ਕਲਮਾ ਪੜ ਲਿਆ ਹੈ। 100 ਵਾਰ ਝੂਠ ਬੋਲੋ ਸੱਚ ਹੀ ਬਣ ਜਾਂਦਾ ਹੈ ਅੱਜ ਕੱਲ, ਉਦੋਂ ਵੀ ਇਦਾਂ ਹੀ ਸੀ। ਪਰ ਇਹ ਸਾਡੇ ਬੱਚਿਆਂ ਵਰਗੇ ਬੱਚੇ ਨਹੀਂ ਸੀ। ਇਹਨਾਂ ਦੀਆਂ ਰਗਾਂ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਸੀ। ਸਾਹਮਣੇ ਤਖਤ ਤੇ ਵਜੀਦਾ ਬੈਠਾ ਤੇ ਜਦੋਂ ਛੋਟੇ ਦਰਵਾਜ਼ੇ ਕੋਲ ਆਏ, ਪਹਿਲਾਂ ਚਰਨ ਅੰਦਰ ਰੱਖੇ, ਤਿੱਲੇਦਾਰ ਜੋੜਿਆਂ ਦੀ ਨੋਕ ਸਿੱਧੀ ਤਖਤ ਵੱਲ ਨੂੰ ਸੀ। ਭਾਵੇ ਸੀ ਵਜੀਦਿਆ ਹੋਵੇਂਗਾ ਤੂੰ ਲੋਕਾਈ ਦਾ ਬਾਦਸ਼ਾਹ, ਸਾਡੀ ਜੁੱਤੀ ਦੀ ਨੋਕ ਤੇ ਹੈ ਤੇਰਾ ਤਖਤ, ਅਸੀਂ ਕੀ ਸਮਝਦੇ ਆ ਤੈਨੂੰ। ਫਿਰ ਸਿਰ ਨਗਾਏ ਨੇ, ਪਹੁੰਚ ਕੇ ਦਰਬਾਰ ਵਿੱਚ ਗੱਜ ਵੱਜ ਕੇ ਫਤਿਹ ਗਜਾਈ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ। ਤਿਲ ਮਿਲਾ ਉੱਠਿਆ ਵਜ਼ੀਰ ਖਾਂ, ਤਿਲ ਮਿਲਾ ਉੱਠਿਆ ਸੁੱਚਾ ਆਨੰਦ। ਇਹ ਤੁਹਾਡੇ ਬਾਪ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਹੈ ਜਿੱਥੇ ਫਤਿਹ ਪ੍ਰਵਾਨ ਹੋਵੇ, ਸਜਦਾ ਕਰਨਾ ਪੈਂਦਾ ਹੈ। ਕਹਿੰਦੇ ਗੱਲ ਸੁਣ ਵਜ਼ੀਰ ਖਾਂ, ਇਹ ਸਿਰ ਕੇਵਲ ਅਕਾਲ ਪੁਰਖ ਅੱਗੇ ਝੁਕਦਾ ਹੈ, ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ, ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ। ਮੱਥਾ ਇੱਕ ਗੁਰੂ ਗੋਬਿੰਦ ਸਿੰਘ ਅੱਗੇ ਝੁਕਦਾ ਹੈ ਤੇ ਇੱਕ ਉਹਦੇ ਨਿਰਗੁਣ ਸਰੂਪ ਖੁਦਾਇਆ ਅੱਗੇ। ਇਹ ਸਿਰ ਐਰੇ ਗਹਿਰੇ ਅੱਗੇ ਨਹੀਂ ਝੁਕਦਾ। ਕਹਿੰਦਾ ਬੜੇ ਤਿੱਖੇ ਨੇ ਉਹ, ਜਿਸ ਬਾਪ ਦੀ ਫਤਿਹ ਤੇ ਮਾਣ ਕਰਦੇ ਹੋ ਨਾ, ਸਾਹਿਬਜ਼ਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਹਿ ਮਾਰਾ। ਵਜ਼ੀਰ ਖਾਂ ਕਹਿੰਦਾ ਮੈਂ ਚਮਕੌਰ ਦੀ ਗੜੀ ਘੇਰ ਕੇ ਮਾਰਿਆ ਹੈ। ਖੇੜੇ ਵਿੱਚ ਆਇਆ ਬਾਬਾ ਜੋਰਾਵਰ ਸਿੰਘ, ਕਹਿੰਦਾ ਵਜ਼ੀਰ ਖਾਂ ਤੂੰ ਤੇ ਉਹ ਗੱਲ ਕੀਤੀ ਜਿਵੇਂ ਕੋਈ ਅਸਮਾਨ ਨੂੰ ਪਕੜਨ ਦਾ ਦਾਅਵਾ ਪਿਆ ਕਰਦਾ ਹੋਵੇ, ਜਿਵੇਂ ਸੂਰਜ ਚੰਦ ਨੂੰ ਕੋਈ ਪਕੜ ਲਵੇ, ਜਿਵੇਂ ਸੁਮੇਰ ਪਰਬਤ ਨੂੰ ਕੋਈ ਚਲਾਏਮਾਨ ਕਰਨ ਦਾ ਦਾਅਵਾ ਕਰੇ। ਗੁਰੂ ਗੋਬਿੰਦ ਸਿੰਘ ਖੁਦਾ ਦਾ ਅਵਤਾਰ ਹੈ ਔਰ ਅਵਤਾਰੀ ਪੁਰਸ਼ਾਂ ਦਾ ਸਿਧਾਂਤ ਇਹ ਹੈ, ਬੱਦਲ ਵਾਂਗੂ ਕਿਸੇ ਦੇ ਗੁਲਾਮ ਨਹੀਂ ਹੁੰਦੇ, ਮਰਜ਼ੀ ਨਾਲ ਪ੍ਰਗਟ ਹੋ ਕੇ ਬਰਸਦੇ ਨੇ, ਚਲੇ ਜਾਂਦੇ ਨੇ। ਅਵਤਾਰੀ ਪੁਰਸ਼ ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਜਾਂਦੇ ਨੇ। ਗੁਰਗੋਪਾਲ ਪੁਰਖ ਭਗਵਾਨ ਗੁਰੂ ਪਰਮੇਸ਼ਰ ਨੂੰ ਮਾਰਨ ਵਾਲਾ ਕਿਹੜਾ ਮਾਈਕਾ ਲਾਲ ਜੰਮ ਪਿਆ। ਸਮਝ ਗਿਆ ਵਜ਼ੀਰ ਖਾਂ ਇਹ ਨਹੀਂ ਡਰਨਗੇ। ਕਹਿੰਦਾ ਫਿਰ ਸੁਣੋ, ਤਹਿ ਤੁਮਰੇ ਦਵੈ ਭਰਾਤ ਪ੍ਰਹਾਰੇ, ਸੰਗੀ ਸਿੰਘ ਸਗਲ ਸੋ ਮਾਰੇ।
ਤੁਹਾਡੇ ਭਾਈ ਟੋਟੇ ਟੋਟੇ ਕਰਕੇ ਸੁੱਟੇ ਨੇ ਮੈਂ ਮੈਦਾਨੇ ਜੰਗ ਵਿੱਚ, ਮਰ ਗਏ ਹੋ, ਇਦਾਂ ਮਾਰਾਂਗਾ ਤੁਹਾਨੂੰ। ਬੜੀ ਖੁਸ਼ੀ ਹੈ, ਜੋਰਾਵਰ ਸਿੰਘ ਕਹਿੰਦਾ ਜੇ ਇਦਾਂ ਮਾਰੇ ਤੇ ਘਰ ਵੀ ਤੇ ਮੌਤ ਆਉਣੀ ਹੈ। ਆਪਾਂ ਦਿੱਲੀ ਵਿੱਚ ਸਾਰੇ ਰਹਿੰਦੇ ਆ, ਕਿੰਨੇ ਲੋਕ ਜੰਮਦੇ ਮਰਦੇ ਨੇ, ਕੋਈ ਯਾਦ ਕਰਦਾ ਹੈ? ਦੀਨ ਦੀ ਝੋਲੀ ਜਿਨ੍ਹਾਂ ਕੁਝ ਪਾਇਆ, ਕੌਮ ਲਈ ਜਿਨ੍ਹਾਂ ਸਿਰ ਦਿੱਤੇ, ਯਾਦ ਉਹਨਾਂ ਨੂੰ ਕੀਤਾ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ, ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਦੀਨ ਲਈ ਸਿਰ ਦੇਣ ਵਾਲੇ ਪਰਮ ਪਦਵੀ ਪਾਉਂਦੇ ਨੇ, ਅਮਰ ਹੁੰਦੇ ਨੇ। ਸਾਡੇ ਭਾਈ ਮਰੇ ਨਹੀਂ, ਸ਼ਹੀਦ ਹੋਏ ਨੇ ਵਜੀਦਿਆ, ਤੇ ਸ਼ਹੀਦ ਅਮਰ ਹੁੰਦੇ ਨੇ। ਵੇਖਿਆ ਡਰਦੇ ਨਹੀਂ, ਝੁਕਦੇ ਨਹੀਂ। ਲਾਲਚ ਦਿੱਤਾ ਗਿਆ, ਸ਼ਹਿਜ਼ਾਦਿਓ ਤਖਤੋ ਤਾਜ ਮਿਲਣਗੇ ਜਵਾਨੀ ਵਿੱਚ, ਡੋਲੇ ਸ਼ਹਿਜ਼ਾਦੀਆਂ ਦੇ ਮਿਲਣਗੇ, ਹੀਰੇ ਜਵਾਹਰਾਤ ਮਿਲਣਗੇ। ਕਲਮਾ ਪੜੋ, ਧਰਮ ਛੱਡੋ। ਕਹਿੰਦੇ ਵਜ਼ੀਰ ਖਾਂ ਝੋਲੀ ਹੈ ਇੱਕ, ਤੇ ਇੱਕੋ ਖਸਮ ਬਣਾਇਆ ਹੈ ਅਕਾਲ ਪੁਰਖ ਗੁਰੂ ਪਰਮੇਸ਼ਰ, ਉਹਦੇ ਤੋਂ ਲਹਿਦਾ ਏ ਹੋਰ ਕਿਧਰੇ ਨਹੀਂ ਅੱਡੀ ਜਾਂਦੀ। ਨਾਲੇ ਤੈਥੋਂ ਮੰਗਾਂਗੇ, ਜੋ ਮੰਗਿਆ ਕੱਲ ਨੂੰ ਮੁੱਕ ਜਾਣਾ, ਫਿਰ ਮੰਗਾਂਗੇ। ਅਸੀਂ ਤੇ ਮੰਗਤੇ ਬਣ ਗਏ। ਅਸਲ ਰੱਜ ਉਹਨਾਂ ਨੂੰ ਆਇਆ ਜਿਹੜੇ ਅਕਾਲ ਪੁਰਖ ਤੋਂ ਮੰਗਦੇ ਨੇ, ਉਹਨਾਂ ਦਾ ਮੰਗਣਾ ਹੀ ਮੁੱਕ ਜਾਂਦਾ ਹੈ। ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾਲਾਹੀ, ਕਿਆ ਤਿਸਕਾ ਮੁਹਤਾਜਾ। ਬੰਦਾ ਬੰਦੇ ਨੂੰ ਰੱਜ ਨਹੀਂ ਬਖਸ਼ ਸਕਦਾ। ਸਰੀਰ ਝੰਜੋੜੇ ਗਏ, ਦੁੱਖ ਦਿੱਤੇ ਗਏ। ਹੁਕਮ ਕੀਤਾ ਵਜ਼ੀਰ ਖਾਂ ਨੇ, ਭੁੱਖੇ ਪਿਆਸਿਆਂ ਨੂੰ ਠੰਡੇ ਬੁਰਜ ਵਿੱਚ ਰਾਤ ਲੈ ਜਾਓ। ਨਾ ਕੁਝ ਖਾਣ ਨੂੰ, ਨਾ ਕੁਝ ਪੀਣ ਨੂੰ, ਨਾ ਕੁਝ ਓੜਨ ਨੂੰ, ਆਪੇ ਟੁੱਟ ਜਾਣਗੇ। 11 ਪੋਹ ਦੀ ਰਾਤ ਬੁਰਜ ਵਿੱਚ ਰਹੇ। ਸਾਰੀ ਰਾਤ ਮਾਤਾ ਗੁਜਰੀ ਵੱਡਿਆਂ ਦੇ ਸਿਰੜ ਦੀਆਂ ਸਾਖੀਆਂ ਸੁਣਾਉਂਦੀ ਰਹੀ। 12 ਪੋਹ ਦਾ ਦਿਨ ਚੜਿਆ, ਆਏ ਨੇ ਸਿਪਾਹੀ ਲੈਣ। ਅੱਜ ਫਿਰ ਕਚਹਿਰੀ ਵਿੱਚ ਗੱਜ ਵੱਜ ਕੇ ਸਾਹਿਬਜ਼ਾਦਿਆਂ ਫਤਿਹ ਬੁਲਾਈ ਹੈ। ਐਸੀ ਦੁੱਖਾਂ ਲੱਦੀ ਘੜੀ ਦੇ ਵਿੱਚ ਖਲੋਤੇ ਹੋਏ ਸਨ। ਖੈਰ, ਅੱਜ ਫਿਰ ਉਹੀ ਲਾਲਚ, ਅੱਜ ਫਿਰ ਉਹੀ ਡਰਾਵੇ ਦਿੱਤੇ ਗਏ। ਸਾਹਿਬਜ਼ਾਦੇ ਨਹੀਂ ਮੰਨੇ। ਅਖੀਰ ਵਜ਼ੀਰ ਖਾਂ ਐਲਾਨ ਕਰਦਾ ਹੈ, ਐ ਕਾਜ਼ੀ ਫਤਵਾ ਜਾਰੀ ਕਰ ਇਹਨਾਂ ਦੀ ਮੌਤ ਦਾ। ਕਾਜ਼ੀ ਕਹਿੰਦਾ ਹੈ, ਕੀ ਫਤਵਾ ਲਾਵਾਂ, ਨਾਬਾਲਗ ਨੇ, ਕੁਰਾਨ ਹਮਾਇਤ ਨਹੀਂ ਕਰਦੀ ਬੱਚਿਆਂ ਦੇ ਕਤਲ ਬਾਬਤ। ਸੁੱਚਾਨੰਦ ਤਿਲ ਮਿਲਾ ਉੱਠਿਆ, ਕਹਿੰਦਾ ਰੁਕ ਜਾਓ, ਕੁਰਾਨ ਹਮਾਕਤ ਨਹੀਂ ਕਰਦੀ ਤੇ ਕੀ ਕਰੀਏ, ਛੱਡਣਾ ਠੀਕ ਨਹੀਂ ਇਹਨਾਂ ਨੂੰ, ਮੈਨੂੰ ਇੱਕ ਮੌਕਾ ਦਿਓ, ਦੇਖਦੇ ਆਂ। ਸੁੱਚਾਨੰਦ ਗੁਲਾਮ ਸੀ, ਆਖਣ ਲੱਗਾ, ਜੀ ਹਜ਼ੂਰੀ ਕਰਦਾ ਵਜ਼ੀਰ ਖਾਂ ਨੂੰ ਵੱਡੇ ਇਨਾਮ ਲੈਣ ਦੀ ਖਾਤਰ। ਕਹਿੰਦਾ ਸਾਹਿਬਜ਼ਾਦਿਓ ਜੇ ਛੱਡ ਦਿੱਤਾ ਤੇ ਕੀ ਕਰੋਗੇ? ਕਹਿੰਦੇ ਜੰਗਲੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਮੁੜ ਕੇ ਸਰਹੰਦ ਤੇ ਹਮਲਾ ਕਰਾਂਗੇ। ਸਾਡੇ ਭਾਈਆਂ ਨੂੰ ਟੋਟੇ ਟੋਟੇ ਕੀਤਾ ਹੈ ਵਜੀਦਿਆ, ਤੈਨੂੰ ਮੈਦਾਨੇ ਜੰਗ ਵਿੱਚ ਟੋਟੇ ਟੋਟੇ ਕਰਾਂਗੇ। ਕਹਿੰਦਾ ਵੇਖਿਆ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਛੱਡਣਾ ਠੀਕ ਨਹੀਂ। ਸਾਹਿਬਜ਼ਾਦਿਓ ਮੰਨ ਲਓ, ਜੇ ਦੂਸਰੀ ਵਾਰ ਵੀ ਪਕੜੇ ਗਏ, ਨਾਬਾਲਗ ਹੋਏ, ਛੱਡ ਦਿੱਤਾ, ਕੀ ਕਰੋਗੇ? ਕਹਿੰਦੇ ਫਿਰ ਕਿੱਸਾ ਦੁਹਰਾਵਾਂਗੇ, ਜੰਗਲੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਸਰਹੰਦ ਤੇ ਹਮਲਾ ਵਜੀਦੇ ਨੂੰ ਦੋ ਫੜ ਕਰਾਂਗੇ। ਤੀਜੀ ਵਾਰ ਸੁੱਚਾਨੰਦ ਬਲਦੀ ਤੇ ਤੇਲ ਪਾਉਂਦਾ, ਫਿਰ ਕਹਿੰਦਾ ਹੈ ਜੇ ਫਿਰ ਪਕੜੇ ਗਏ, ਨਾਬਾਲਗ ਹੋਏ, ਰਿਹਾਈ ਦੇ ਦਿੱਤੀ, ਕੀ ਕਰੋਗੇ? ਕਹਿੰਦੇ ਸੁੱਚਾਨੰਦ ਇਹ ਸੁਣ ਲੈ, ਇਹ ਖੂਹ ਦੀ ਟਿੰਡ ਵਾਂਗ ਗੇੜ ਏਦਾਂ ਹੀ ਚੱਲਣਾ ਹੀ, ਇੱਕੋ ਹੱਲ ਹੈ, ਵਜੀਦਾ ਸਾਨੂੰ ਮਿਟਾ ਦਵੇ, ਨਹੀਂ ਤੇ ਵਜੀਦੇ ਦੇ ਦੋ ਟੁਕੜੇ ਅਸੀਂ ਕਰਨੇ ਹੀ ਕਰਨੇ ਨੇ। ਇਤਿਹਾਸ ਗਵਾਹ ਹੈ, ਬਾਬਾ ਫਤਿਹ ਸਿੰਘ ਦੇ ਬੋਲ ਪੂਰੇ ਹੋਏ ਸੀ ਸ਼ਹੀਦੀ ਤੋਂ ਬਾਅਦ। ਬਾਬਾ ਬੰਦਾ ਸਿੰਘ ਬਹਾਦਰ ਨਾਲ ਫਤਿਹ ਸਿੰਘ ਨਾਮ ਦਾ ਹੀ ਸਿੰਘ ਆਇਆ ਸੀ। ਸਰਹੰਦ ਜਿੱਤਣ ਸਮੇਂ ਲੱਤ ਤੇ ਲੱਤ ਰੱਖੀ ਸੂਰੇ ਨੇ, ਦੂਜੀ ਲੱਤ ਮੋਢੇ ਤਾਈਂ ਖਿੱਚ ਕੇ ਦੋ ਟੁਕੜੇ ਕੀਤੇ ਸੀ ਵਜ਼ੀਰ ਖਾਂ ਦੇ ਆਪਣੇ ਬਾਹੂਬਲ ਨਾਲ ਫਤਿਹ ਸਿੰਘ ਨੇ। ਖੈਰ ਬੜੇ ਮੂੰਹ ਤਿੱਖੇ ਨੇ, ਇਹ ਭੁਜੰਗ ਨੇ, ਭੁਜੰਗ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ, ਮੇਰੇ ਬੱਚਿਆਂ ਨੂੰ ਤੁਸੀਂ ਸੱਪ ਦੇ ਬੱਚੇ ਕਿਹਾ ਹੈ। ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ ਕੇ, ਬਾਕੀ ਬੈਮਾਦਸਤ ਪੇਚੀ ਦੇ ਮਾਰ। ਤੁਸੀਂ ਭੁਜੰਗ ਕਿਹਾ, ਕੀ ਹੋਇਆ ਜੇ ਭੁਜੰਗ ਖਤਮ ਕਰ ਦਿੱਤੇ ਮੇਰੇ? ਕੁੰਡਲੀਆ ਸੱਪ ਖਾਲਸਾ ਗੁਰੂ ਗੋਬਿੰਦ ਜੀਂਦਾ ਹੈ, ਔਰੰਗਜ਼ੇਬ
तेरे दिल्ली दे तख्त नूं कुंडल विच लैके चकनाचूर करेगा। बापू बिन बोलिया सब किश जाणदा। ਉਹ ਜਾਣਦਾ ਸੀ ਕੀ ਹੋਇਆ ਸਰਹੰਦ ਦੀਆਂ ਨੀਹਾਂ ਵਿੱਚ ਮੇਰੇ ਬੱਚਿਆਂ ਨੂੰ ਕੀ ਕਿਹਾ। ਸੁਚਾਨੰਦ ਕਹਿੰਦਾ ਜ਼ਹਿਰ ਉਗਲਦੇ ਨੇ, ਇਹਨਾਂ ਦਾ ਬਾਪ ਫਨੀਅਰ ਸੱਪ ਹੈ, ਅੱਜ ਤੱਕ ਫੁੰਕਾਰੇ ਮਾਰਦਾ, ਕਾਬੂ ਨਹੀਂ ਆਇਆ। ਇਹਨਾਂ ਨੁਕਸਾਨ ਕੀਤਾ ਮੁਗਲਿਆ ਸਲਤਨਤ ਦਾ। ਜੇ ਇਹ ਦੋ ਸਪੋਲੇ ਵੱਡੇ ਹੋ ਗਏ ਇਹ ਵੀ ਡੰਗਣਗੇ ਭਾਰਤ ਵਰਸ਼ ਦੀ ਹਕੂਮਤ ਨੂੰ, ਪਹਿਲਾਂ ਹੀ ਸਿਰ ਕੁਚਲ ਦਿਓ। ਐਲਾਨ ਕੀਤਾ ਕਾਜ਼ੀ ਨੇ, ਫਤਵਾ ਲਾਇਆ ਸ਼ਰਾ ਚ ਅੰਨੇ ਹੋ ਕੇ 13 ਪੋਹ ਨੂੰ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਹੈ। ਨਹੀਂ ਡੋਲੇ। ਇਹਨਾਂ ਦੇ ਅੰਦਰ ਰੰਚਕ ਮਾਤਰ ਵੀ ਡਰ ਨਹੀਂ ਸੀ। ਸੂਬਾ ਸਰਹੰਦ ਆਖਣ ਲੱਗਾ ਹੁਣ ਗੱਲ ਇਹ ਹੈ, ਐ ਸ਼ੇਰ ਮੁਹੰਮਦ ਖਾਂ ਇਦਾਂ ਕਰੋ, ਐ ਖਿਜ਼ਰ ਖਾਂ ਤੁਹਾਡੇ ਭਾਈ ਨੂੰ ਮੈਦਾਨੇ ਜੰਗ ਵਿੱਚ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਨੇ ਮਿਟਾਇਆ ਸੀ। ਮੈਂ ਬੱਚਿਆਂ ਨੂੰ ਤੁਹਾਡੇ ਹਵਾਲੇ ਕਰਦਾ, ਨਾਹਰ ਖਾਂ ਦਾ ਬਦਲਾ ਲਓ। ਕਹਿੰਦੇ ਨਹੀਂ, ਸ਼ੀਰ ਖੋਰੇ ਬਾਲਕ ਨੇ। ਲਿਖਦੇ ਨੇ ਨਾ ਰਤਨ ਸਿੰਘ ਭੰਗੂ, ਸ਼ੇਰ ਮੁਹੰਮਦ ਨਹਿਗਨੀ ਬੋਲਿਓ ਸੀਸ ਹਿਲਾਏ, ਹਮ ਮਾਰੈ ਸ਼ੀਰ ਖੋਰਿਆਂ ਜੰਗ ਮੇਂ ਔਜਸ ਜਾਏ। ਕਹਿੰਦੇ ਅਸੀਂ ਸ਼ੀਰ ਖੋਰੇ ਬੱਚਿਆਂ ਨੂੰ ਨਹੀਂ ਮਾਰਨਾ, ਜੰਗ ਦੇ ਵਿੱਚ ਔਜਸ ਆਏਗਾ, ਜੰਗ ਮੇਂ ਔਜਸ ਆਏ। ਯਾਦ ਰੱਖੀ ਜੇ ਗੁਰੂ ਗੋਬਿੰਦ ਸਿੰਘ ਮਿਲਿਆ ਮੈਦਾਨੇ ਜੰਗ ਵਿੱਚ ਬਦਲਾ ਲਵਾਂਗੇ, ਪਰ ਬੱਚਿਆਂ ਤੇ ਜ਼ੁਲਮ ਕਰਨਾ ਕੁਰਾਨ ਵੀ ਨਹੀਂ ਮੰਨਦੀ। ਕਚਹਿਰੀ ਚੋਂ ਗਏ, ਸਮਝੋ ਸੱਚ ਦੀ ਆਵਾਜ਼ ਨਾਲ ਹੀ ਚਲੀ ਗਈ। ਕਹਿੰਦੇ ਇੱਕ ਰਾਤ ਦਿਓ ਇਹਨਾਂ ਨੂੰ ਦਰਬਾਰੀ, ਜਾਓ ਆਪਣੀ ਮਾਂ ਦੇ ਕੋਲ, ਸਿਪਾਹੀਓ ਦੱਸ ਦਿਓ ਇਹਨਾਂ ਦੀ ਦਾਦੀ ਨੂੰ ਗੁਰੂ ਗੋਬਿੰਦ ਸਿੰਘ ਦੀ ਕੁੱਲ ਮਿਟ ਜਾਵੇਗੀ। 2 ਦੀਵੇ ਬੁਝ ਗਏ ਨੇ ਚਮਕੌਰ ਦੀ ਗੜੀ, 2 ਸਰਹੰਦ ਬੁਝਣਗੇ। ਮਾਂ ਕੋਲ ਗਏ ਬੱਚੇ, ਗਲ ਵਕੜੀ ਵਿੱਚ ਲਿਆ, ਸਾਰੀ ਗਾਥਾ ਮਾਂ ਨੂੰ ਦੱਸੀ। ਮਾਂ ਅਖੀਰਲੀ ਰਾਤ ਹੈ ਤੇਰੀ ਗੋਦ ਵਿੱਚ, ਕੱਲ ਨੂੰ ਨੀਹਾਂ 'ਚ ਚਿਣ ਦੇਣਾ ਹੈ। ਮਾਂ ਨੇ ਧੀਰਜ ਦਿੱਤਾ, ਸਾਖੀਆਂ ਸੁਣਾਈਆਂ, ਦੁੱਖਾਂ ਦੇ ਸਮੁੰਦਰ ਨੂੰ ਅੰਦਰ ਹੀ ਪੀ ਗਈ। 13 ਪੋਹ ਦਾ ਅੱਜ ਦਾ ਦਿਨ ਚੜਿਆ ਹੈ। ਮਾਤਾ ਨੇ ਮੱਥੇ ਚੁੰਮੇ, ਮਣਾ ਮੂੰਹੀ ਪਿਆਰ ਦਿੱਤਾ, ਛੋਟੇ ਛੋਟੇ ਹੱਥਾਂ ਨੂੰ ਹੱਥਾਂ ਵਿੱਚ ਲੈ ਕੇ ਕੁੱਟਿਆ, ਗਲਵਕੜੀ ਵਿੱਚ ਲੈਂਦੀ ਹੈ। ਸਿਪਾਹੀ ਆ ਗਏ, ਤਿਆਰ ਕਰਨ ਲੱਗੀ। 12 ਪੋਹ ਦੀ ਰਾਤ ਨਾ ਬਾਬਾ ਮੋਤੀ ਮਹਿਰਾ ਜੀ ਨੇ ਵੀ ਦੁੱਧ ਛਕਾਇਆ, ਸੇਵਾ ਕੀਤੀ। ਜਿਨ੍ਹਾਂ ਨੂੰ ਸਜ਼ਾ ਬਾਅਦ ਵਿੱਚ ਇਹ ਮਿਲੀ, ਬੱਚਾ ਛੋਟਾ ਜਿਹਾ ਕੋਲੂ ਪੀੜਿਆ, ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਸੀ। ਖੈਰ ਮਾਂ ਨੇ ਬੜੇ ਪ੍ਰੇਮ ਨਾਲ ਤਿਆਰ ਕੀਤਾ ਬੱਚਿਆਂ ਨੂੰ। ਮੱਥੇ ਚੁੰਮਦੀ ਹੈ, ਕਲਗੀ ਆਪ ਲਾਈ ਦਸਤਾਰੇ ਤੇ, ਨਿੱਕੇ ਨਿੱਕੇ ਚੋਲੇ ਨੀਲੇ ਕੱਢ ਕੇ ਖੁਰਜੀ ਚੋਂ ਪਹਿਨਾਏ, ਜੋੜੇ ਪਹਿਨਾਏ। ਕਹਿੰਦੇ ਮਾਂ ਇੰਨੀ ਰੀਝ ਨਾਲ ਅੱਜ ਕਿਉਂ ਤਿਆਰ ਕਰਦੀ ਹੈ। ਅੱਲਾ ਯਾਰ ਖਾਂ ਲਿਖਦਾ ਹੈ, ਮਾਂ ਦੇ ਬੋਲ ਸਨ, ਜਾਣੇ ਸੇ ਪਹਿਲੇ आओ गले से लगा तो लूं, केसों को कंगी कर दूं, जरा मुंह धुला तो लूं, प्यारे सरों पे नन्ही सी कलगी सजा तो लूं, मरने से पहले तुमको मैं दुल्हा बना तो लूं। बच्चों जदों फरजंद घोड़ी चढ़े ना ਤੇ ਮਾਂ ਰੀਝ ਨਾਲ ਹੀ ਤਿਆਰ ਕਰਕੇ ਘੋੜੀ ਚੜਾਉਂਦੀ ਹੈ, ਕਿਉਂਕਿ ਵੇਲ ਵਧੇਗੀ, ਫਰਜ਼ੰਦ ਨੂੰ ਲੈ ਕੇ ਆਵੇਗਾ। ਤੁਹਾਨੂੰ ਪ੍ਰੇਮ ਨਾਲ ਤਾਂ ਤਿਆਰ ਕਰਦੀ ਆ, ਤੁਸੀਂ ਮੌਤ ਨੂੰ ਲਾੜੀ ਬਣਾਉਣ ਚੱਲੇ ਹੋ। ਮੱਥੇ ਚੁੰਮ ਕੇ ਤੋਰਿਆ, ਦਾਦੇ ਵਾਲੀ ਕਰਨੀ ਕਰ ਜਾਇਓ। ਮਕਤਲ ਵਿੱਚ ਜਾ ਕੇ ਖਲੋਤੇ ਨੇ, ਸਮਾਂ ਆ ਗਿਆ ਸ਼ਹੀਦੀ ਦਾ, ਲਾਲ ਚੋਈ ਤਖਤੋ ਤਾਜਾਂ ਦੇ, ਪਰ ਝੁਕੇ ਨਹੀਂ, ਕਲਮਾ ਨਹੀਂ ਪੜਿਆ। ਬਾਬਾ ਜੋਰਾਵਰ ਸਿੰਘ ਕਹਿੰਦੇ ਦਾਦੇ ਵਾਲਾ ਸਮਾਂ ਆ ਗਿਆ ਈ ਫਤਿਹ ਸਿੰਘ, ਕੀ ਕਰਨਾ ਚਾਹੀਦਾ ਹੈ। ਤੇ ਫਤਿਹ ਸਿੰਘ ਦਾ ਜਵਾਬ ਸੀ, ਫਤਿਹ ਸਿੰਘ ਸੁਣ ਉੱਤਰ ਦੀਨਾ, ਧਰਮ ਪਿਤਾਮੇ ਜਿਉਂ ਰੱਖ ਲੀਨਾ। ਜਿਵੇਂ ਦਾਦੇ ਨੇ ਧਰਮ ਰੱਖਿਆ, ਚੱਲ ਵੀਰਿਆ ਸਿਰ ਦਈਏ, ਰਹਿੰਦੀ ਦੁਨੀਆ ਤੱਕ ਜੈ ਜੈਕਾਰ ਹੋਵੇਗੀ ਸਾਡੀ। ਆਪ ਚੱਲੇ ਮਕਤਲ ਵਿੱਚ ਖਲੋਤੇ, ਨੀਹਾਂ ਵਿੱਚ ਜ਼ਾਲਮ ਚਿਣਨ ਲੱਗਾ, ਗੋਡਿਆਂ ਤੇ ਕੰਧ ਆਈ। ਵਜ਼ੀਰ ਖਾਂ ਨੂੰ ਜਲਾਦ ਕਹਿੰਦੇ, ਇੱਟ ਨਹੀਂ ਲੱਗਦੀ, ਝਾੜ ਕੇ ਲਾਉਣੀ ਪੈਣੀ ਹੈ, ਗੁਣੀਏ ਚ ਕੰਧ ਨਹੀਂ ਹੋ ਰਹੀ। ਕਹਿੰਦਾ ਜ਼ਾਲਮ ਕਿਉਂ ਖਜ਼ਾਨੇ ਦੀ ਇੱਟ ਖਰਾਬ ਕਰਦੇ ਹੋ, ਗੋਡੇ ਛਾਂਗ ਦਿਓ,
ਮਾਰ ਮਾਰ ਕੇ ਤੇਸੀਆਂ ਕਾਂਡੀਆਂ ਗੋਡੇ ਵੱਢ ਦਿੱਤੇ ਗਏ। ਸੀ ਨਹੀਂ ਕੀਤੀ ਬੱਚਿਆਂ, ਕੰਧ ਨਾ ਠੋਡੀ ਤੇ ਆਈ। ਅਖੀਰਲੀ ਵਾਰ ਇੱਕ ਦੂਜੇ ਨੂੰ ਵੇਖਿਆ, ਨਹੀਂ ਡੋਲੇ ਨਹੀਂ ਡਰੇ। ਅੱਲਾ ਯਾਰ ਖਾਂ ਕਹਿੰਦੇ ਠੋਡੀ ਤੱਕ ਈਂਟੇ ਚੁੰਦੀ ਗਈ, मुंह तक आ गई, बीनी को ढांपते ही माथे पे छा गई, हर चांद सी ज़बी को घन सा लगा गई, लखते जिगर गुरु गोबिंद के दोनों छुपा गई। मथे तो इट्टां लंघियां, साहिबजादे कादे छिपे, चंद ते सूरज छिप गए। भूचाल आया नीव डिग्गी, शाशल बेग बाशल बेग ने छाती ते गोडे रख के साह रग साहिबजादियां दी कट्टी। इदां 13 पोह नूं लाल गुरु के शहीद होए। हिंद दी भारत वर्ष दी इंसानियत दी खातर शहादत दी अवधि माणी है। इउं समझो जिस मन वसै पार ब्रह्म निकट ना आवे पीर। जिन्हां दे अंदर अकाल पुरख टिकिया है उन्हां नूं दर्द डुला नहीं सकदा। महान शहादत साहिबजादियां दी नूं सिजदा है। वो साडे बाबे ने सदा याद रहणगे। इत्थे दास विचार नूं संकोचदा, उन्हां शहीदां नूं नमन करदा फतेह गजाउंदा है। वाहिगुरू जी का खालसा, वाहिगुरू जी की फतेह।